ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪੰਜਾਬੀ ਭਾਸ਼ਾ ਚੈਨਲ 'ਤੇ ਆਪ ਸਭ ਦਾ ਸਵਾਗਤ ਹੈ। ਅੱਜ ਆਪਾਂ ਬਣ ਗਏ ਪੁਸਤਕ ਜੋ ਕਿ 9ਵੀਂ ਜਮਾਤ ਦੀ ਪਾਠ ਪੁਸਤਕ ਹੈ, ਉਸ ਦੀ ਵਾਰਤਕ ਭਾਗ ਵਿੱਚੋਂ ਕਾਂਗੀ ਪੜ੍ਹਾਂਗੇ ਜੋ ਕਿ ਪਾਲੀ ਭੁਪਿੰਦਰ ਸਿੰਘ ਜੀ ਦੁਆਰਾ ਲਿਖੀ ਗਈ ਹੈ, ਜਿਸ ਦਾ ਨਾਮ ਹੈ ਸਿਰਜਣਾ। ਪੜ੍ਹਨ ਤੋਂ ਪਹਿਲਾਂ ਕਾਂਗੀ ਬਾਰੇ ਪੜ੍ਹਨ ਤੋਂ ਪਹਿਲਾਂ ਅਸੀਂ ਪਾਲੀ ਭੁਪਿੰਦਰ ਸਿੰਘ ਜੀ ਦੇ ਜੀਵਨ 'ਤੇ ਇੱਕ ਝਲਕ ਮਾਰਦੇ ਹਾਂ ਕਿ ਉਹਨਾਂ ਨੇ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਕਿਹੜੀਆਂ ਰਚਨਾਵਾਂ ਪਾਈਆਂ ਹਨ ਅਤੇ ਉਹਨਾਂ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ। ਪਾਲੀ ਭੁਪਿੰਦਰ ਦਾ ਜਨਮ 6 ਸਤੰਬਰ 1965 ਈਸਵੀ ਨੂੰ ਮਾਤਾ ਸ਼੍ਰੀਮਤੀ ਚੰਦਰਾਵਲ ਕੌਰ ਅਤੇ ਪਿਤਾ ਸਰਦਾਰ ਵਿਸਾਖਾ ਸਿੰਘ ਦੇ ਘਰ ਪਿੰਡ ਜੈਤੋ ਮੰਡੀ ਫਰੀਦਕੋਟ ਵਿਖੇ ਹੋਇਆ। ਉਹਨਾਂ ਨੇ MA PhD ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕੀਤੀ। ਇਸ ਸਮੇਂ ਉਹ DM ਕਾਲਜ ਮੋਗਾ ਵਿਖੇ ਲੈਕਚਰਾਰ ਦੀ ਡਿਊਟੀ ਨਿਭਾ ਰਹੇ ਹਨ। ਪਾਲੀ ਭੁਪਿੰਦਰ ਨੇ ਲਗਭਗ 30 ਪੂਰੇ ਨਾਟਕ ਅਤੇ ਇਕਾਂਗੀ ਕੀ ਤੁਹਾਨੂੰ ਕੋਈ ਚੀਖ ਸੁਣਾਈ ਨਹੀਂ ਦੇ ਰਹੀ, ਉਸਨੂੰ ਕਹੀਂ, ਫੁੱਲਾਂ ਨੂੰ ਕਿਤਾਬਾਂ ਵਿੱਚ ਨਾ ਰੱਖੋ, ਬਾਲ ਨਾਟਕ, ਈਡੀਪਸ, ਤੁਹਾਨੂੰ ਕਿਹੜਾ ਰੰਗ ਪਸੰਦ ਹੈ, ਚੰਦਨ ਦੇ ਓਲੇ, ਘਰ ਘਰ, ਇਸ ਚੌਂਕ ਤੋਂ ਸ਼ਹਿਰ ਦਿਸਦਾ ਹੈ, ਲੋਕ ਨਾਟਕ, ਮਿੱਟੀ ਦਾ ਬਾਵਾ ਅਤੇ ਸਿਰਜਣਾ ਆਦਿ ਲਿਖੇ ਹਨ। ਉਹਨਾਂ ਨੇ ਵਿਸ਼ਵ ਨਾਟਕ ਅਤੇ ਨਾਟ ਚਿੰਤਨ ਅਤੇ ਪੰਜਾਬੀ ਨਾਟਕ ਅਤੇ ਨਾਟ ਚਿੰਤਨ ਦੇ ਆਲੋਚਨਾ ਦੀਆਂ ਪੁਸਤਕਾਂ ਵੀ ਲਿਖੀਆਂ ਹਨ। ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਨੇ ਕਰਤਾਰ ਸਿੰਘ ਧਾਲੀਵਾਲ ਯੁਵਾ ਪੁਰਸਕਾਰ ਦੇ ਕੇ ਆਪ ਨੂੰ ਪੁਰਸਕ੍ਰਿਤ ਕੀਤਾ। ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ 1992 ਈਸਵੀ ਵਿੱਚ ਈਸ਼ਵਰ ਚੰਦਰ ਨੰਦਾ ਅਵਾਰਡ ਨਾਲ ਸਨਮਾਨਿਤ ਕੀਤਾ। ਹਥਲੀ ਪੁਸਤਕ ਵਿੱਚ ਪਾਲੀ ਭੁਪਿੰਦਰ ਦਾ ਇਕਾਂਗੀ ਸਿਰਜਣਾ ਸ਼ਾਮਲ ਕੀਤਾ ਗਿਆ ਹੈ। ਸਿਰਜਣਾ ਭਾਵ ਕਿਸੇ ਚੀਜ਼ ਦੀ ਉਤਪਤੀ ਕਰਨੀ, ਕਿਸੇ ਚੀਜ਼ ਨੂੰ ਸਿਰਜਣਾ, ਤਾਂ ਇਸ ਇਕਾਂਗੀ ਦਾ ਨਾਮ ਹੈ। ਇਕਾਂਗੀ ਬਾਰੇ ਅਸੀਂ ਜਾਣਦੇ ਹਾਂ। ਸਿਰਜਣਾ ਇਕਾਂਗੀ ਵਿੱਚ ਸਿਰਜਣਾ ਦੀ ਸੱਸ ਬੀਜੀ ਉਸਨੂੰ ਇੱਕ ਕਲੀਨਿਕ ਵਿੱਚ ਚੈੱਕ ਕਰਵਾਉਣ ਲੈ ਕੇ ਜਾਂਦੀ ਹੈ, ਜਿਸ 'ਤੇ ਬੱਚਾ ਹੋਣ ਵਾਲਾ ਹੈ। ਸਿਰਜਣਾ ਦੇ ਪਹਿਲਾਂ ਵੀ ਇੱਕ ਲੜਕੀ ਹੈ। ਮਾਸੀ ਕਲੀਨਿਕ ਵਿੱਚ ਸਫਾਈ ਸੇਵਕਾ ਹੈ। ਸਿਰਜਣਾ ਦਾ ਪਤੀ ਕੁਲਦੀਪ ਉਸ ਵੇਲੇ ਦਫ਼ਤਰ ਆਪਣੀ ਡਿਊਟੀ 'ਤੇ ਹੈ। ਬੀਜੀ ਪਰਿਵਾਰ ਦੀ ਜੱਦੀ ਜਾਇਦਾਦ 40 ਕਿੱਲੇ ਪੈਲੀ ਦਾ ਵਾਰਸ ਬਣਾਉਣ ਲਈ ਪੁੱਤਰ ਦੀ ਲੋਚਾ ਰੱਖਦੀ ਹੈ। ਉਸ ਦੀ ਪ੍ਰਬਲ ਇੱਛਾ ਸਿਰਜਣਾ ਦੀ ਕੁੱਖੋਂ ਮੁੰਡਾ ਜੰਮਣ ਦੀ ਹੈ, ਨਹੀਂ ਤਾਂ ਨਾ ਹੀ ਜੰਮੇ। ਡਾਕਟਰ ਨੂੰ ਸਿਰਜਣਾ ਆਪਣਾ ਦੁੱਖੜਾ ਦੱਸਦੀ ਹੈ ਅਤੇ ਕੁਝ ਵੀ ਅਮਾਨਵੀ ਕਿਰਿਆ ਕਰਨ ਤੋਂ ਵਜਿਦ ਰਹਿੰਦੀ ਹੈ। ਸੱਸ ਨੂੰਹ ਦੀ ਵਾਰਤਾਲਾਪ ਦੌਰਾਨ कुलदीप दी दुचित्ती च डुब्बिया, दुचित्ती च मतलब उसका मन, एक दोनों तरफ उसका मन होना कि किसकी बात मानूं। आखिर अपनी घरवाली का साथ दिंदा है। डॉक्टर दी स्कैनिंग करन तो इनकार कर दिंदी है। इंज ये इकांगी पुत्तर धी दे अंतर नूं मेटदा समाज की सिरजना करन विच एक नवीं रोशनी का सुनेहा दिंदा है। क्लीनिक तो सिरजना ते कुलदीप एक वड्डी जित वर्गी खुशी नाल बाहर आउंदे हन ते डॉक्टर भी बाहरों ठंडी हवा आउंदी महसूस करदी है। ਤਾਂ ਇਸ ਦੇ ਵਿੱਚ ਹੋਇਆ ਕੀ ਹੈ, ਇਹ ਤਾਂ ਸਾਨੂੰ ਪੂਰਾ ਇਕਾਂਗੀ ਪੜ੍ਹ ਕੇ ਹੀ ਪਤਾ ਲੱਗੇਗਾ। ਪੜ੍ਹਦੇ ਹਾਂ। ਸਿਰਜਣਾ ਪਾਲੀ ਭੁਪਿੰਦਰ ਸਿੰਘ ਜੀ ਦੇ ਲਿਖਿਆ ਹੋਇਆ ਇਹ ਇਕਾਂਗੀ ਹੈ। ਸਿਰਜਣਾ ਉਮਰ, ਇਸ ਦੇ ਪਹਿਲਾਂ ਅਸੀਂ ਪਾਤਰਾਂ ਬਾਰੇ ਪੜ੍ਹਦੇ ਹਾਂ। ਪਾਤਰ ਭਾਵ ਇਸ ਦੇ ਵਿੱਚ ਜਿਹੜੇ ਕਰੈਕਟਰ ਨੇ ਰੋਲ ਨਿਭਾਇਆ ਹੈ। ਸਿਰਜਣਾ ਉਮਰ 28-29 ਵਰੇ ਬੋਲਿਆ ਜਾਂਦਾ ਸਾਲ ਨੂੰ। ਕੁਲਦੀਪ ਉਸਦਾ ਪਤੀ, ਬੀਜੀ ਉਸਦੀ ਸੱਸ, ਮਾਸੀ ਹਸਪਤਾਲ ਵਿੱਚ ਸਫਾਈ ਸੇਵਕਾ, ਡਾਕਟਰਨੀ ਅਤੇ 2 ਨਰਸਾਂ। ਕਲੀਨਿਕ ਦਾ ਅੰਦਰਲਾ ਦ੍ਰਿਸ਼। ਮਾਸੀ ਤੇਜ਼ ਹੱਥ ਚਲਾਉਂਦੀ ਹੋਈ ਸਫਾਈ ਕਰ ਰਹੀ ਹੈ। ਦਰਵਾਜ਼ਾ ਖੁੱਲ੍ਹਦਾ ਹੈ। ਬੀਜੀ ਅਤੇ ਸਿਰਜਣਾ ਅੰਦਰ ਆਉਂਦੀਆਂ ਹਨ। ਬੀਜੀ ਮਾਸੀ ਨੂੰ, ਡਾਕਟਰ ਸਾਹਿਬ ਕਿੱਥੇ ਆਏ ਨਹੀਂ ਹਾਲੇ? ਮਾਸੀ ਥੋੜ੍ਹਾ ਤਲਖੀ ਨਾਲ ਭਾਵ ਥੋੜ੍ਹਾ ਗੁੱਸੇ ਨਾਲ, ਸਫਾਈ ਚੱਲਦੀ ਪਈ ਹੈ, ਦਿਸਦਾ ਨਹੀਂ ਤੁਹਾਨੂੰ? ਤੁਸੀਂ ਜੁੱਤੀਆਂ ਲੈ ਕੇ ਅੰਦਰ ਆ ਗਏ, ਸਾਰੇ ਪੈਰਾਂ ਦੇ ਛਾਪੇ ਲੱਗ ਜਾਣਗੇ, ਭਾਵ ਪੈਰਾਂ ਦੇ ਨਿਸ਼ਾਨ ਬਣ ਜਾਣਗੇ। ਫਿਰ ਡਾਕਟਰ ਸਾਹਿਬ ਆ ਕੇ ਮੈਨੂੰ ਝਿੜਕਾਂ ਦੇਣਗੇ ਭਾਵ ਉਹਨੂੰ ਡਾਂਟਣਗੇ। ਆਪਰੇਸ਼ਨ ਥੀਏਟਰ 'ਚ ਆ ਜਾਂਦੇ ਹੈਗੇ। ਕਾਹਲੀ ਨਾਲ ਬੋਕਰ ਮਤਲਬ ਝਾੜੂ ਲੈ ਕੇ ਚਲੀ ਜਾਂਦੀ ਹੈ। ਬੀਜੀ ਬੜੇ ਗੁੱਸੇ ਨਾਲ ਉਸ ਨੂੰ ਜਾਂਦੀ ਨੂੰ ਵੇਖਦੀ ਹੈ। ਬੀਜੀ ਬੜੀ ਬਦਤਮੀਜ਼ ਹੈ, ਬੋਲਦੀ ਕਿੱਦਾਂ ਹੈ ਇਹ? ਨਰਸ ਆਉਂਦੀ ਹੈ। ਨਰਸ ਬੋਲਣ ਵਿੱਚ ਹੀ ਇੱਦਾਂ ਦੀ ਹੈ, ਉਂਝ ਦਿਲ ਦੀ ਚੰਗੀ ਹੈ। ਬੈਠੋ, ਤੁਸੀਂ ਡਾਕਟਰ ਸਾਹਿਬ ਆਉਣ ਹੀ ਵਾਲੇ ਨੇ। ਅਲਟਰਾਸਾਊਂਡ ਲਈ ਆਏ ਹੋ? ਬੀਜੀ ਹਾਂ, ਪਰ ਜੇ ਲੋੜ ਪਈ ਤਾਂ ਗਾਂ ਵੀ ਕੁਝ ਕਰਾਂਗੇ। ਨਰਸ ਮੁਸਕਰਾ ਕੇ, ਲੋੜ ਹੋਈ ਤਾਂ ਕੀ ਮਤਲਬ ਤੁਹਾਡਾ? ਬੀਜੀ ਲਾਪਰਵਾਹੀ ਨਾਲ, ਮਤਲਬ ਜੇ ਕੁੜੀ ਹੋਈ ਤਾਂ ਅਗਾਂਹ ਮਤਲਬ ਆਗੇ ਵੀ ਕੁਝ ਕਰਨਾ ਹੀ ਪਊ। ਇੱਕ ਹੈਗੀ, ਜੇ ਦੂਜੀ ਵੀ ਕੁੜੀ ਹੋਈ ਤਾਂ ਨਹੀਂ ਰੱਖਣੀ ਅਸੀਂ। मतलब वो कह रही है कि पहले एक बेटी है, अगर हम टेस्ट करवाने आए हैं कि अगर हमें पता चला कि अब भी लड़की होने वाली है तो हम उसका गर्भपात करवा देवांगे।
ਸਿਰਜਣਾ ਡਰ ਕੇ, ਬੀਜੀ ਇਹ ਤੁਸੀਂ ਕੀ ਕਹਿ ਰਹੇ ਹੋ, ਇਹ ਪਾਪ ਹੈ, ਇਹ ਠੀਕ ਨਹੀਂ ਹੈ। ਬੀਜੀ ਕੀ ਠੀਕ ਹੈ ਤੇ ਕੀ ਨਹੀਂ, ਤੇਰੇ ਨਾਲੋਂ ਜ਼ਿਆਦਾ ਪਤਾ ਮੈਨੂੰ। ਸਿਰਜਣਾ ਪਰ ਕੀ ਫਰਕ ਪੈ ਜਾਏਗਾ ਜੇ ਲੜਕੀ ਹੋਏਗੀ ਤਾਂ। ਬੀਜੀ 40 ਪੂਰੇ 40 ਕਿੱਲੇ ਪੈਲੀ है ਤੇ सैलर भाव जिथे चावल को उसमें से डाल के सैलर में से उसकी जो भूसा होता है वो अलग कर दिया जाता है। जान मार के बचाए है मैं शरीकां तो हुण तक, इन्हां नूं संभालण वाला चाहीदा मैनूं, नाले अगे बैठी नहीं छाती ते एक दाज विच भी नहीं देने तेरियां धीआं दे मैं। समझी ना। अचानक पानी लैके मासी आउंदी है, दोवें चुप कर जांदियां हन पर मासी सब समझदी है। मासी जो उत्थे हॉस्पिटल दे विच काम करदी है, सफाई सेवका। दोवें अनमने ढंग नाल पानी पींदियां हन। बीजी मैं पता करदी हाँ, जे लैब वाला आ गया होवे तां, जे डॉक्टर साहब पहलां आ जाण तां तूं चली जाईं स्कैनिंग नूं। दरवाजे विच पहुँच के ना ये रोण वर्गा मूँह बना के की बैठी है, हाले किहड़ा पता लग गया कि ये स्कैनिंग तां हो लैण दे, हो सकदा लोड़ ही ना पवे। बुड़ करदी जांदी है। सिरजना बुरी तरह परेशान है। मासी उसकी परेशानी नूं समझदी है, गिलास लैके जांदी है। उसते जांदियां ही सिरजना अपना मोबाइल कढ के अपने पति कुलदीप का नंबर डायल करदी है। अगों कुलदीप की आवाज़ आउंदी है। आवाज़ हैलो सिरजना, हैलो दीप, मैं सिरजना। दीप बीजी मैनू क्लीनिक ते लै आए ने स्कैनिंग लई, वो कह रहे ने जे लड़की होई तां। कुलदीप ओ हो तू इन्नी को गल लई मैनू फोन कर दिता, तेनू पता आफिस विच किन्नी जरूरी मीटिंग चल रही है, नाले जे बीजी कह रहे ने तां ठीक ही कह रहे होणगे, तू कर लै जिवें ओ कहंदे ने, मैं बीजी हाँ इस वेले। अचानक ही फोन कट दिंदा है। सिरजना नूं धक्का लगदा है, भाव सिरजना नूं बहुत दुख लगदा है कि उसने भी मेरी गल नहीं सुनी। उसनूं दीप तो इस तरह के विहार दी भाव व्यवहार की उम्मीद नहीं सी। दूजा धक्का ये जान के लगता है कि उसकी ये गल बीजी ने सुन लई है। बीजी जदों मैं कहता सी फिर की लोड़ सी दीपे नूं फोन करन दी। सिरजना ओ मेरे जीवन साथी ने बीजी, कि इहो जिहे मामलिਆਂ ते सलाह भी नहीं कर सकदी मैं उन्हां नाल। बीजी ते तेरी सलाह कोई मायने नहीं रखदी, ते मेरी सलाह कोई मायने नहीं रखदी। इहो ਜਿਹੇ ਮਾਮਲਿਆਂ ਤੇ ਭੌਂਕਦੀ ਹਾਂ मैं कि गोली रखी है ਤੁਹਾਡੀ गोली भाव कि नौकरानी तेरी पहला सहन कर ली, ये वो थोड़ी है जे तू होर मुड़न नूं फिरदी है मेरे मत्थे। सिरजना मत्थे विच तां उही मड़िया जाना बीजी जो कुदरत चाहेगी। बीजी ये तू मेरे ते छड्ड दे, इसे लई तां डॉक्टर दे लैके आई हाँ तैनूं। भाव वो दोनों दी बहस चल रही हुंदी है। सिरजना पर इस गल की गारंटी है बीजी कि अगली बार मुंडा ही होऊगा, जे फिर कुड़ी होई तां की करोगे। बीजी फेर दी फेर वेखी जाऊ। सिरजना कदों तक चलते रहणगे ये प्रयोग भी जदों तक कि मैनूं अपनी जमीन जायदाद दा वारिस नहीं मिल जांदा। वेख बीबा लोड़ हुंदी है बंदे दी, ते मेरी लोड़ यही है, वारिस चाहिए मैनूं अपनी प्रॉपर्टी दा। पर जे तैनूं शौक है धी दा तां होर घर वेख लै। जे तैनूं लगदा जनानी दा बन के रहूगा तेरा खसम तां दीपे नूं भी नाल ही लै जा भावें। मंदिर गुरुद्वारे दे नां लाउणी मंजूर है, मैनूं दाज विच वंडण नूं त्यार नहीं मैं। जान मार के जोड़ी जायदाद तेरी धीआं दे, जे नहीं जी मनदा तेरा इस काम नूं तां तुर जा जित्थों आई है। मेरे घर रह के जम नहीं सकदी एक होर पत्थर। भाव वो कुड़ी जम्मण तो इन्नी ज़्यादा परेशान है कि उसके नाल उसनूं कहंदी है कि तू मेरा घर छड्ड के चली जा अगर तू एक होर धी नूं जन्म देना चाहुंदी है। गुस्से नाल झोला चुक के चली जाती है। सिरजना का मन भर आउंदा है तो रो पैंदी है। डॉक्टर आउंदी है। डॉक्टर हैलो बैठदी हुई, सॉरी तुहानूं वेट करनी पई, स्कैनिंग लई आए हो। सिरजना अपने आप नूं संभालदी हुई, जी डॉक्टर साहब सवेरे फोन ते गल होई सी तुहाडे नाल। डॉक्टर हाँ मैनूं याद है, पर मैनूं एक गल दसो सिरजना, तुसीं पढ़े लिखे हो, जे पढ़े लिखे लोग ही इदां दी फर्क करन लग पे कुड़ी मुंडे विच तां साडी सोसाइटी दा की बनेगा। सिरजना तुसीं भी तां पढ़े लिखे हो डॉक्टर साहब, पर तुसीं डॉक्टर मेरा प्रोफैशन ये तां नहीं कि मुंडे कुड़ी दा। सिरजना तुसीं समझा सकदे हो लोकां नूं। डॉक्टर कौन समझदा है, हुण मैं तुहानूं कहाँ ये गलत है ना करो ये काम, तुसीं मन लओगे, तुसीं तां पढ़े लिखे ही हो। ਤਾਂ ਡਾਕਟਰ ਨੂੰ ਜਦੋਂ ਸਿਰਜਣਾ ਕਹਿੰਦੀ ਹੈ ਕਿ ਤੁਸੀਂ ਪੜ੍ਹੇ ਲਿਖੇ ਹੋ ਕੇ ਲੋਕਾਂ ਨੂੰ ਸਮਝਾ ਨਹੀਂ ਰਹੇ ਤਾਂ ਉਹ ਉਸ ਨੂੰ ਕਹਿੰਦੀ ਹੈ ਕਿ ਤੁਸੀਂ ਵੀ ਤਾਂ ਪੜ੍ਹੇ ਲਿਖੇ ਹੋ ਜੋ ਇੱਦਾਂ ਦਾ ਗਲਤ ਕੰਮ ਕਰ ਰਹੇ ਹੋ। ਸਿਰਜਣਾ ਉਦਾਸ ਹੋ ਜਾਂਦੀ ਹੈ, ਮੇਰੀ ਕੋਈ ਮਜਬੂਰੀ ਵੀ ਹੋ ਸਕਦੀ ਹੈ। ਡਾਕਟਰ ਮੁਸਕਰਾਉਂਦੀ ਹੋਈ, ਅਜਿਹਾ ਹੀ ਹੁੰਦਾ ਹੈ ਮਿਸਿਸ ਸਿਰਜਣਾ, ਅਨਪੜ੍ਹ ਲੋਕ ਤਾਂ ਸੋਚਦੇ ਵੀ ਨਹੀਂ ਅਜਿਹਾ ਕੰਮ ਕਰਵਾਉਣ ਲੱਗਿਆ, ਪੜ੍ਹੇ ਲਿਖੇ ਲੋਕ ਸੋਚਦੇ ਤਾਂ ਬਹੁਤ ਨੇ ਪਰ ਪਤਾ ਨਹੀਂ ਕਿਉਂ ਉਹ ਅਕਸਰ ਮਜਬੂਰ ਹੁੰਦੇ ਨੇ।
ਦੁਚਿੱਤੀ ਵਿੱਚ ਪਈ ਸਿਰਜਣਾ ਪਰੇਸ਼ਾਨ ਹੋ ਜਾਂਦੀ ਹੈ। ਇੱਕ ਵਾਰ ਫਿਰ ਹੌਸਲਾ ਕਰਕੇ ਕੁਲਦੀਪ ਨੂੰ ਫ਼ੋਨ ਕਰਦੀ ਹੈ। ਫ਼ੋਨ 'ਤੇ ਦੀਪ ਦੀ ਆਵਾਜ਼ ਆਉਂਦੀ ਹੈ। ਆਵਾਜ਼ ਹੈਲੋ ਸਿਰਜਣਾ, ਹੈਲੋ ਦੀਪ ਮੈਂ ਸਿਰਜਣਾ। ਆਵਾਜ਼ ਹਾਂ ਸਿਰਜਣਾ ਕੀ ਹੋਇਆ, ਆਇਆ ਕੋਈ ਰਿਜ਼ਲਟ? ਸਿਰਜਣਾ ਨਹੀਂ ਦੀਪ, ਪਰ ਦੀਪ ਬੀਜੀ ਜੋ ਕਰ ਰਹੇ ਨੇ ਮੈਨੂੰ ਲੱਗਦਾ ਸਭ ਗਲਤ ਹੈ। ਉਹ ਵਾਰ-ਵਾਰ ਕੋਸ਼ਿਸ਼ ਕਰ ਰਹੀ ਹੈ ਕਿ ਕਿਤੇ ਉਸਦਾ ਪਤੀ ਉਸਦਾ ਸਾਥ ਦੇ ਦੇਵੇ। ਆਵਾਜ਼ ਕੀ ਠੀਕ ਹੈ ਕੀ ਗਲਤ, ਬੀਜੀ ਤੇਰੇ ਨਾਲੋਂ ਜ਼ਿਆਦਾ ਜਾਣਦੇ ਨੇ ਸਿਰਜਣਾ, ਦੁਨੀਆ ਦੇਖੀ ਹੈ ਉਹਨਾਂ ਸਾਰੀ, ਤਾਂ ਉਹ ਹੁਣ ਵੀ ਉਸਦੀ ਕੋਈ ਗੱਲ ਨਹੀਂ ਮੰਨਦਾ। ਸਿਰਜਣਾ ਸਿਰਫ ਬਾਹਰ ਦੀ ਹੀ ਦੁਨੀਆ ਦੀਪ, ਪਰ ਇਹ ਜੋ ਕੁਝ ਵਾਪਰ ਰਿਹਾ ਹੈ ਬਾਹਰ ਦੀ ਦੁਨੀਆ ਵਿੱਚ ਨਹੀਂ, ਮੇਰੇ ਅੰਦਰ ਦੀ ਦੁਨੀਆ ਵਿੱਚ ਵਾਪਰ ਰਿਹਾ ਹੈ। ਜਦੋਂ ਮੇਰੀ ਕੁੱਖ ਅੰਦਰ ਉਹ ਕਰੁੰਬਲ ਫੁੱਟੀ, ਤੁਸੀਂ ਸੋਚ ਵੀ ਨਹੀਂ ਸਕਦੇ ਮੈਨੂੰ ਕਿੰਨਾ ਚੰਗਾ ਲੱਗ ਰਿਹਾ। ਮੈਨੂੰ ਲੱਗਦਾ ਮੈਂ ਇੱਕ ਸਿਰਜਣਾ ਕਰ ਰਹੀ ਹਾਂ, ਮੈਨੂੰ ਆਪਣੇ ਔਰਤ ਹੋਣ ਦੇ ਅਰਥ ਮਹਿਸੂਸ ਹੋ ਰਹੇ ਹਨ। ਤਾਂ ਉਹ ਆਪਣੇ ਪਤੀ ਨੂੰ ਕਹਿੰਦੀ ਹੈ ਕਿ ਮੈਂ ਇਹ ਕੰਮ ਨਹੀਂ ਕਰ ਸਕਦੀ, ਮੈਂ ਉਸ ਬੱਚੇ ਨੂੰ ਜੋ ਮੇਰੀ ਕੁੱਖ ਦੇ ਵਿੱਚ ਪਲ ਰਿਹਾ ਹੈ ਨਹੀਂ ਮਰਵਾ ਸਕਦੀ। ਆਵਾਜ਼ ਲਓ ਹੋ ਗਈ ਸ਼ੁਰੂ ਫਿਰ ਉਹੀ ਕਵਿਤਾ। ਗੱਲ ਤਾਂ ਸਿਰਫ ਇੰਨੀ ਕੁ ਹੈ ਸਿਰਜਣਾ ਕਿ ਤੈਨੂੰ ਆਦਤ ਹੈ ਹਰ ਗੱਲ ਨੂੰ ਮਨ 'ਤੇ ਲਾਉਣ ਦੀ, ਇਸੇ ਲਈ ਤੂੰ ਇਸ ਨਿੱਕੀ ਜਿਹੀ ਗੱਲ ਨੂੰ ਮਨ 'ਤੇ ਲਾ ਕੇ ਬਹਿ ਗਈ ਹੈ। ਸਿਰਜਣਾ ਪਰ ਕਿਸੇ ਕੋਲੋਂ ਦੁਨੀਆ ਵਿੱਚ ਆਉਣ ਦਾ ਹੱਕ ਖੋਹ ਲੈਣਾ ਸਿਰਫ ਇਸ ਕਰਕੇ ਕਿ ਉਹ ਲੜਕੀ ਹੈ, ਇਹ ਕੋਈ ਨਿੱਕੀ ਗੱਲ ਤਾਂ ਨਹੀਂ ਦੀਪ। ਆਵਾਜ਼ ਪਰ ਸਾਡੇ ਇੱਕ ਲੜਕੀ ਪਹਿਲਾਂ ਹੀ ਹੈ ਸਿਰਜਣਾ, ਬੀਜੀ ਦੀ ਟੈਨਸ਼ਨ ਬਿਲਕੁਲ ਜਾਇਜ਼ ਹੈ। ਇੰਨੀ ਜਾਇਦਾਦ ਹੈ ਕੌਣ ਸਾਂਭੇਗਾ ਮੁੜ ਕੇ ਇਸ ਨੂੰ? ਮੈਨੂੰ ਪਤਾ ਹੈ ਕਿ ਸਿਰਜਣਾ ਇਹ ਠੀਕ ਨਹੀਂ ਹੈ, ਪਰ ਇਹ ਪ੍ਰਾਪਰਟੀ ਕਲਚਰ ਹੈ, ਇਸ ਵਿੱਚ ਇੰਜ ਹੀ ਹੁੰਦਾ ਹੈ। ਸੋ ਬੀਜੀ ਜਿਵੇਂ ਕਹਿੰਦੇ ਨੇ ਤੇ ਤੂੰ ਉਵੇਂ ਕਰ ਲੈ। ਮੇਰੀ ਦਫ਼ਤਰ ਵਿੱਚ ਬਹੁਤ ਜ਼ਰੂਰੀ ਮੀਟਿੰਗ ਚੱਲ ਰਹੀ ਹੈ, ਆਪਾਂ ਬਾਅਦ ਵਿੱਚ ਗੱਲ ਕਰਾਂਗੇ। ਉਹ ਉਸ ਨੂੰ ਕਹਿੰਦਾ ਹੈ ਕਿ ਜੋ ਸਾਰੀ ਪ੍ਰਾਪਰਟੀ ਹੈ ਉਸਨੂੰ ਸਾਂਭਣ ਵਾਲਾ ਵਾਰਸ ਚਾਹੀਦਾ ਹੈ ਤੇ ਬੀਜੀ ਬਿਲਕੁਲ ਗਲਤ ਨਹੀਂ ਕਰ ਰਹੇ। ਫ਼ੋਨ ਕੱਟ ਦਿੰਦਾ ਹੈ। ਸਿਰਜਣਾ ਬੁਰੀ ਤਰ੍ਹਾਂ ਨਿਰਾਸ਼ ਹੋ ਗਈ ਹੈ। ਮਾਸੀ ਆਉਂਦੀ ਹੈ, ਉਸਨੇ ਸਿਰਜਣਾ ਦੀਆਂ ਗੱਲਾਂ ਸੁਣ ਲਈਆਂ ਹਨ। ਮਾਸੀ ਰੱਤਾ ਉਦਾਸੀ ਨਾਲ ਆਹੀ ਗੱਲ ਪਸੰਦ ਨਹੀਂ ਬੀਬੀ ਰਾਣੀਏ, ਸਾਡੇ ਵੇਲੇ ਚੰਗੇ ਸੀ, ਆਹ ਨਾਮੁਰਾਦ ਮਸ਼ੀਨਾਂ ਤਾਂ ਨਹੀਂ ਸਨ ਹੁੰਦੀਆਂ। ਲੋਕ ਭਾਵੇਂ ਔਖੇ ਹੋ ਕੇ ਰੱਖਦੇ ਭਾਵੇਂ ਸੌਖੇ ਹੋ ਕੇ ਪਾਲ ਤਾਂ ਲੈਂਦੇ ਸੀ ਧੀਆਂ ਨੂੰ, ਭਾਵੇਂ 3 ਹੁੰਦੀਆਂ ਭਾਵੇਂ 5। ਹੁਣ ਤਾਂ ਇੱਕ ਧੀ ਤੋਂ ਬਾਅਦ ਦੂਜੀ ਭਾਰ ਲੱਗਣ ਲੱਗ ਪੈਂਦੀ ਹੈ। ਹਮਦਰਦੀ ਭਰੀ ਪਰ ਹੈਰਾਨੀ ਵਿੱਚ ਸਿਰਜਣਾ ਕੋਲ ਆਉਂਦੀ ਹੈ ਕਿ ਉਹ ਮਾਸੀ ਉਸ ਨੂੰ ਕਹਿੰਦੀ ਹੈ ਕਿ ਹੁਣ ਜਦੋਂ ਮਸ਼ੀਨਾਂ ਦਾ टाइम आ गया, मशीनें आ गई हैं नई नई, जिससे जब एक बेटी होती है तो लोग दूसरी नहीं चाहते और उसका गर्भपात करवा देंगे हैं। साढ़े वेले ठीक हुंदा सी कि 2 होती थी 3 होती थी 4 5 जितनी भी होती थी लोग उनको पाल ही लेते थे। ਅੱਗੇ ਦੇਖੋ, ਤੇਰਾ ਘਰ ਵਾਲਾ ਵੀ ਇਹੀ ਕਹਿੰਦਾ ਹੁਣ, ਚੱਲ ਫਿਰ ਤੂੰ ਕਾਹਨੂੰ ਮਨ 'ਤੇ ਬੋਝ ਰੱਖਦੀ ਐ ਜੇ ਉਹ ਨਹੀਂ ਸੋਚਦਾ। ਸਿਰਜਣਾ ਮੈਂ ਕਿਉਂ ਨਾ ਸੋਚਾਂ ਮਾਸੀ, ਮੇਰੇ ਸੀਨੇ ਵਿੱਚ ਦਿਲ ਧੜਕਦਾ ਹੈ ਜਿਸ ਵਿੱਚੋਂ ਇੱਕ ਨਹੀਂ 2 ਆਵਾਜ਼ਾਂ ਸੁਣਦੀਆਂ ਨੇ ਮੈਨੂੰ, ਮੇਰੀ ਹੀ ਜਵਾਨ ਆਵਾਜ਼ਾਂ ਮਾਰਦੀ ਹੈ ਮੈਨੂੰ, ਅੰਦਰੋਂ ਅੰਦਰੀ ਕੋਈ ਛੂੰਹਦਾ ਹੈ ਆਪਣੇ ਨਿੱਕੇ ਨਿੱਕੇ ਹੱਥਾਂ ਨਾਲ ਮੈਨੂੰ। ਮਾਸੀ ਸਿਰਫ ਕੁਝ ਮਿੰਟਾਂ ਦੀ ਗੱਲ ਹੈ ਧੀਏ ਤੇ ਫਿਰ ਸਭ ਠੀਕ ਹੋ ਜਾਏਗਾ। ਸਿਰਜਣਾ ਉੱਚੀ ਉੱਚੀ ਰੋਂਦੀ ਹੈ। ਰੋਣ ਦੀ ਆਵਾਜ਼ ਸੁਣ ਕੇ ਡਾਕਟਰ ਅਤੇ ਦੋਵੇਂ ਨਰਸਾਂ ਵੀ ਦੌੜੀਆਂ ਆਉਂਦੀਆਂ ਹਨ। ਡਾਕਟਰ ਕੀ ਹੋਇਆ ਮਾਸੀ? ਸਿਰਜਣਾ ਨਹੀਂ ਰੋਣਾ ਡਾਕਟਰ ਸਾਹਿਬ, ਮੈਥੋਂ ਇਹ ਨਹੀਂ ਹੋਣਾ। ਕਿ ਉਹ ਡਾਕਟਰ ਨੂੰ ਕਹਿੰਦੀ ਹੈ ਕਿ ਮੈਂ ਇਹ ਸਭ, ਰੋਂਦੇ ਹੋਏ ਉਹ ਕਹਿੰਦੀ ਹੈ ਕਿ ਮੇਰੇ ਤੋਂ ਇਹ ਸਭ ਨਹੀਂ ਹੋਣਾ। ਡਾਕਟਰ ਨਹੀਂ ਹੋਣ ਦਾ ਕੀ ਮਤਲਬ? ਅਜਿਹਾ ਕੁਝ ਇੱਥੇ ਹੁੰਦਾ ਹੀ ਨਹੀਂ। ਬੀਜੀ ਹੋਏਗਾ ਕਿਵੇਂ ਨਹੀਂ ਡਾਕਟਰ ਸਾਹਿਬ, ਜ਼ਰੂਰ ਹੋਏਗਾ। ਡਾਕਟਰ ਤੁਹਾਨੂੰ ਕਿਹਾ ਨਾ ਮੈਂ ਅਜਿਹਾ ਨਹੀਂ ਕਰਦੀ। ਬੀਜੀ ਡਾਕਟਰ ਸਾਹਿਬ ਸਾਡੀ ਵੀ ਲੋੜ ਹੈ ਕੋਈ। ਮਾਸੀ ਲੋੜ ਤਾਂ ਉਸਦੀ ਵੀ ਹੈ। ਬੀਜੀ ਠੀਕ ਹੈ ਫਿਰ ਤੁਰ ਜੇ ਪਿਓ ਦੇ ਘਰ, ਜੇ ਪੁਗਾ ਲੈ ਲੋੜ ਜਿਹਨੇ ਵਾਰੀ ਜੀ ਕਰਦਾ, ਸਾਡੇ ਘਰ ਤਾਂ ਸਾਡੀ ਲੋੜ ਹੀ ਪੁੱਗੂਗੀ। ਸਿਰਜਣਾ ਤੁਹਾਡੇ ਘਰ ਵਿੱਚ ਮੈਂ ਵੀ ਤਾਂ ਸ਼ਾਮਲ ਹਾਂ ਬੀਜੀ। ਬੀਜੀ ਕਿਉਂ, ਤੂੰ ਕਾਹਤੋਂ ਸ਼ਾਮਲ ਹੈ ਉਸ ਘਰ ਵਿੱਚ? ਕੀ ਲੈ ਕੇ ਆਈ ਸੀ ਤੂੰ ਟੁੱਟਾ ਭੱਜਾ ਦਾਜ? वो उसको बोलती है कि तू कुछ भी नहीं लेके आई थी, बहुत तेरा तुझे दाज भेज दिया था। तो जे तेनू अपनी तनख्वाह का गुमान है, क्योंकि सिरजना जॉब करती है तो वो उसको बोलती है कि जे तेनू अपनी तनख्वाह का गुमान है तो उस दे नाल तां घर दे नौकरां ते ड्राइवरां दा खर्चा नहीं निकलदा। सिरजना उस घर विच मैं अपने आप नू लैके आई हाँ बीजी, पूरे तन नाल पूरे मन नाल, कि मेरा कोई मुल नहीं, कोई मुल नहीं तेरे मेरे तन का, मेरे मन का, मेरी होंद का। बीजी 3600 मिलदियां सी तेरे वर्गियां नाल मोटर कारां, ते हुण भी मिल जाणगियां जे लोड़ पई तां। हुण तूं बहुता, तां बीजी उसनूं लड़ रही है, बहुता तमाशा जिहा ना करके विखा लोकां नूं, जे जम्मणी है तां तुर जा अपने प्यो दे घर, ते रहना मेरे घर तां उंज कर ले जिमें मैं कहनी हाँ। और वो कह रही है कि अगर तुझे बेटी को जन्म देना है तो अपने पापा के घर चली जा, और यहाँ पे वैसे ही करना पड़ेगा मेरी मर्जी से। तुझे अपने इस बच्चे को, अगर बेटी हो रही है तो उसका गर्भपात करवाना पड़ेगा।
ਹੁਣ ਸਿਰਜਣਾ ਆਪਣੇ ਆਪ ਨੂੰ ਸੰਭਾਲਦੀ ਹੈ। ਹੁਣ ਇਹ ਜ਼ੁਲਮ ਸਹਿਣਾ ਉਸ ਲਈ ਸੰਭਵ ਨਹੀਂ। ਸਿਰਜਣਾ ਪੂਰੇ ਹੌਸਲੇ ਤੇ ਮਾਣ ਨਾਲ, ਨਹੀਂ ਬੀਜੀ ਅੱਗ ਬਗੋਲਾ ਹੋ ਕੇ। ਕੀ ਸਿਰਜਣਾ? ਹਾਂ ਬੀਜੀ, ਜੇ ਤੁਹਾਡੇ ਪ੍ਰਾਪਰਟੀ ਕਲਚਰ ਵਿੱਚ ਮੁੱਲ ਸਿਰਫ ਔਰਤ ਦੀ ਕੁੱਖ ਨੂੰ ਲੱਗਣ ਵਾਲੇ ਫਲ ਦਾ ਹੈ ਤਾਂ ਮੈਂ ਤੁਹਾਨੂੰ ਕਿਸੇ ਵੀ ਕੀਮਤ 'ਤੇ ਆਪਣੀ ਕੁੱਖ ਕਿਰਾਏ 'ਤੇ ਦੇਣ ਲਈ ਤਿਆਰ ਨਹੀਂ। ਨਾਲੇ ਤੁਸੀਂ ਸੁਣਿਆ ਨਹੀਂ, ਡਾਕਟਰ ਸਾਹਿਬ ਕਹਿ ਰਹੇ ਸਨ ਕਿ ਇੱਥੇ ਲਿੰਗ ਟੈਸਟ ਨਹੀਂ ਹੁੰਦਾ। ਤੁਸੀਂ ਫਿਰ ਵੀ ਪੂਰੇ ਸਵੈ ਵਿਸ਼ਵਾਸ ਨਾਲ, ਤੁਹਾਨੂੰ ਲੱਗਦਾ ਬੀਜੀ ਕਿ ਮੇਰੀ ਹੋਂਦ ਦਾ ਕੋਈ ਮੁੱਲ ਨਹੀਂ, ਪਰ ਹੈ ਬੀਜੀ, ਘੱਟੋ ਘੱਟ ਮੇਰੀਆਂ ਨਜ਼ਰਾਂ ਵਿੱਚ ਤਾਂ ਹੈ। ਮੈਂ ਆਪਣੇ ਹੀ ਹੱਥੀਂ ਆਪਣੀ ਹੀ ਅਣਜੰਮੀ ਧੀ, ਜੇਕਰ ਧੀ ਹੀ ਹੈ ਤਾਂ ਮਾਰ ਕੇ ਆਪਣੀਆਂ ਹੀ ਨਜ਼ਰਾਂ ਵਿੱਚੋਂ ਆਪਣਾ ਹੀ ਮੁੱਲ ਘਟਾਉਣਾ ਨਹੀਂ ਚਾਹੁੰਦੀ। ਬੀਜੀ ਜਾਓ ਬੀਜੀ, ਤੁਹਾਡਾ ਘਰ ਛੱਡਿਆ ਇਸ ਕਾਬਲ ਹਾਂ ਕਿ ਮੈਂ ਪਾਲ ਸਕਾਂ ਆਪਣੇ ਆਪ ਨੂੰ ਵੀ ਤੇ ਆਪਣੀਆਂ 2 ਧੀਆਂ ਨੂੰ ਵੀ। ਬੀਜੀ ਹੋਰ ਅੱਗ ਬਗੋਲਾ ਹੋ ਜਾਂਦੀ ਹੈ। ਭਾਬੀ ਜੀ ਬਹੁਤ ਗੁੱਸੇ ਵਿੱਚ ਆ ਜਾਂਦੀ ਹੈ। ਮਾਸੀ ਘਬਰਾ ਕੇ, ਇਹ ਤੂੰ ਕੀ ਕਹਿੰਦੀ ਹੈ ਬੀਬੀਏ? ਐ ਘਰ ਪਰਿਵਾਰ ਤੋਂ ਬਾਹਰ ਹੋ ਕੇ ਇਹ ਸਮੱਸਿਆ ਹੱਲ ਹੋ ਜੂਗੀ ਭਲਾ? ਸਿਰਜਣਾ, ਘਰ ਪਰਿਵਾਰ ਦੇ ਨਾਲ ਰਹਿ ਕੇ ਵੀ ਤਾਂ ਇਹ ਸਮੱਸਿਆ ਹੱਲ ਨਹੀਂ ਹੁੰਦੀ ਪਈ ਮਾਸੀ। ਡਾਕਟਰ, ਇਸ ਲਈ ਮਿਸਿਸ ਸਿਰਜਣਾ, ਕਿਉਂਕਿ ਇਹ ਸਮੱਸਿਆ ਸਿਰਫ ਤੁਹਾਡੀ ਨਹੀਂ ਪੂਰੀ ਸੁਸਾਇਟੀ ਦੀ ਹੈ। ਆਪਾਂ ਇਕੱਲੇ ਸੁਸਾਇਟੀ ਨੂੰ ਨਹੀਂ ਬਦਲ ਸਕਦੇ, ਹੋਰਾਂ ਨੂੰ ਵੀ ਆਪਾਂ ਵਾਂਗ ਸੋਚਣਾ ਚਾਹੀਦਾ। ਸਿਰਜਣਾ, ਮੈਂ ਕੁਝ ਵੀ ਬਦਲਣ ਦੀ ਕੋਸ਼ਿਸ਼ ਨਹੀਂ ਕਰ ਰਹੀ ਡਾਕਟਰ ਸਾਹਿਬ, ਮੈਂ ਤਾਂ ਅੱਗੋਂ ਆਪਣੇ ਆਪ ਨੂੰ ਬਦਲ ਜਾਣ ਤੋਂ ਬਚਾ ਰਹੀ ਹਾਂ। ਭਾਵੋ ਕਹਿੰਦੀ ਹੈ ਕਿ ਮੈਂ ਅਜਿਹਾ ਕੰਮ ਨਹੀਂ ਕਰੂੰਗੀ। ਮੈਂ ਮਾਂ ਆ, ਮੇਰਾ ਕਰਮ ਹੈ ਉਸ ਦੀ ਸਿਰਜਣਾ, ਤੇ ਮੈਂ ਕਿਵੇਂ ਆਪਣੇ ਹੱਥੀਂ ਆਪਣੀ ਹੀ ਸਿਰਜਣਾ ਨੂੰ ਕਤਲ ਕਰਕੇ ਮਾਂ ਤੋਂ ਡੈਨ ਹੋ ਜਾਵਾਂ ਭਾਵ ਡਾਇਨ ਬਣ ਜਾਵਾਂ। ਬੀਜੀ, ਇਕੱਲੀ ਰਹਿ ਜਾਏਂਗੀ, ਇਕੱਲੀ। ਸਿਰਜਣਾ, ਇਕੱਲੀ ਤਾਂ ਮੈਂ ਸੀ ਬੀਜੀ ਹੁਣ ਤਾਂ ਮੇਰੇ ਨਾਲ ਮੈਂ ਆ। ਆਪਣੀ ਕੁੱਖ 'ਤੇ ਹੱਥ ਰੱਖ ਕੇ ਮੇਰੀ ਸਿਰਜਣਾ, ਤੁਸੀਂ ਦੇਖਣਾ ਇੱਕ ਦਿਨ ਇਹ ਸਿਰਜਣਾ ਇੱਕ ਰੁੱਖ ਬਣ ਕੇ ਇਸ ਧਰਤੀ ਉੱਤੇ ਪੁੰਗਰੇਗੀ, ਮੌਲੇਗੀ ਤੇ ਅਸਮਾਨ ਤੱਕ ਉੱਚਾ ਉੱਠੇਗੀ। ਭਾਵ ਕਿ ਮੈਂ ਉਸਨੂੰ ਇੱਕ ਅਜਿਹੀ ਕਾਮਯਾਬ ਇਨਸਾਨ ਬਣਾ ਦੇਵਾਂਗਾ ਕਿ ਲੋਕ ਉਸ 'ਤੇ ਮਾਣ ਕਰਨਗੇ। ਫਿਰ ਲੋਕ ਸਿਰਜਣਾਵਾਂ ਕਰਕੇ ਸ਼ਰਮਿੰਦਾ ਨਹੀਂ ਹੋਣਗੇ, ਸਗੋਂ ਉਹਨਾਂ 'ਤੇ ਮਾਣ ਮਹਿਸੂਸ ਕਰਨਗੇ। ਫਿਰ ਕਦੇ ਕੋਈ ਸਿਰਜਣਾ ਕੁੱਖ ਵਿੱਚ ਕਤਲ ਨਹੀਂ ਹੋਵੇਗੀ। ਇੱਕ ਪਲ ਲਈ ਖਾਮੋਸ਼ ਹੋ ਜਾਂਦਾ ਹੈ, ਹਰ ਕੋਈ ਉਦਾਸ ਹੈ। ਸਿਰਜਣਾ ਆਪਣਾ ਬੈਗ ਚੁੱਕ ਕੇ ਜਾਣ ਲਈ ਦਰਵਾਜ਼ਾ ਖੋਲ੍ਹਦੀ ਹੈ ਕਿ ਸਾਹਮਣੇ ਕੁਲਦੀਪ ਖੜਾ ਹੈ, ਉਸਦੇ ਚਿਹਰੇ 'ਤੇ ਮੁਸਕਾਨ ਹੈ। ਬੀਜੀ ਖੁਸ਼ ਹੋ ਕੇ, ਦੀਪੇ ਤੂੰ ਆ ਵੇਖ ਲੈ ਪੁੱਤ, ਕੀ ਤਮਾਸ਼ਾ ਕਰੀ ਜਾਂਦੀ ਹੈ ਲੋਕਾਂ ਸਾਹਮਣੇ। ਉਹ ਜਲੂਸ ਕੱਢਿਆ ਅੱਜ ਜਿਸ ਨੇ ਮੇਰਾ ਕਿ ਦੱਸ ਨਹੀਂ ਸਕਦੀ ਤੈਨੂੰ ਮੈਂ। ਸਿਰਜਣਾ, ਸੌਰੀ ਦੀਪ, ਮੈਂ ਆਵਾਜ਼, ਤੂੰ ਕਿਉਂ ਸੌਰੀ ਫੀਲ ਕਰਦੀ ਹੈ? ਸਿਰਜਣ, ਸੌਰੀ ਤਾਂ ਮੈਨੂੰ ਮਹਿਸੂਸ ਕਰਨੀ ਚਾਹੀਦੀ ਹੈ। ਜੋ ਫੈਸਲਾ ਮੈਨੂੰ ਕਰਨਾ ਚਾਹੀਦਾ ਸੀ ਉਹ ਤੈਨੂੰ ਕਰਨਾ ਪਿਆ। ਸਿਰਜਣਾ, ਜਿਵੇਂ ਵਿਸ਼ਵਾਸ ਨਹੀਂ ਹੋ ਰਿਹਾ। ਯਾਨੀ ਕਿ ਦੀਪ ਆਵਾਜ਼, ਹਾਂ ਸਿਰਜਣ, ਤੂੰ ਜੋ ਕੀਤਾ ਬਿਲਕੁਲ ਠੀਕ ਕੀਤਾ। ਜੇ ਤੂੰ ਵੀ ਉਹ ਕਰ ਲੈਂਦੀ ਜੋ ਸਾਰੇ ਕਰਦੇ ਨੇ ਤਾਂ ਫਿਰ ਤੂੰ ਵੀ ਇੱਕ ਆਮ ਔਰਤ ਹੁੰਦੀ। ਮੈਨੂੰ ਖੁਸ਼ੀ ਹੈ ਮੇਰੀ ਜੀਵਨ ਸਾਥਣ ਕੋਈ ਆਮ ਔਰਤ ਨਹੀਂ। ਸਿਰਜਣਾ ਹੁਣ ਖੁਸ਼ੀ ਭਰੇ ਹੰਝੂਆਂ ਨਾਲ ਉਹ ਦੀਪ, ਬੀਜੀ ਕੜਕ ਕੇ, ਦੀਪੇ ਇਹ ਕੀ ਕਹਿ ਰਹੇ ਤੂੰ? ਆਵਾਜ਼, ਇਹੀ ਬੀਜੀ ਕਿ ਸਿਰਜਣਾ ਸਕੈਨਿੰਗ ਨਹੀਂ ਕਰਾਏਗੀ। ਉਹ ਜੋ ਵੀ ਹੈ ਅਸੀਂ ਰੱਖਣ ਜਾ ਰਹੇ ਹਾਂ ਉਸਨੂੰ। ਬੀਜੀ, ਅਸੀਂ ਰੱਖਣ ਜਾ ਰਹੇ ਹਾਂ ਬੀਜੀ, ਪਰ ਪੁੱਤ ਪੂਰੇ 40 ਕਿੱਲੇ ਪੈਲੀਏ। ਆਵਾਜ਼, ਕਿੱਲੇ ਵੀ ਸਾਂਭੇ ਜਾਣਗੇ, ਸਾਨੂੰ ਕੋਈ ਫਰਕ ਨਹੀਂ ਬੀਜੀ। ਦੀਪ ਤੇ ਸਿਰਜਣਾ ਕਲੀਨਿਕ ਤੋਂ ਬਾਹਰ ਨਿਕਲਦੇ ਹਨ। ਬੀਜੀ ਦੇਖਦੇ ਰਹਿ ਜਾਂਦੇ ਹਨ। ਮਾਸੀ ਬਹੁਤ ਖੁਸ਼ ਹੈ ਤੇ ਡਾਕਟਰ ਨੂੰ ਬਾਹਰੋਂ ਠੰਡੀ ਹਵਾ ਆਉਂਦੀ ਮਹਿਸੂਸ ਹੋਣ ਲੱਗਦੀ ਹੈ। ਤਾਂ ਇਕਾਂਗੀ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਮੁੰਡੇ ਤੇ ਕੁੜੀ ਦਾ ਬਹੁਤ ਫਰਕ ਰੱਖਦੀ ਹੈ। ਉਹ ਚਾਹੁੰਦੀ ਹੈ ਕਿ ਉਸਦੇ ਮੁੰਡਾ ਹੀ ਹੋਵੇ ਜੋ ਉਸਦੀ ਜ਼ਮੀਨ ਜਾਇਦਾਦ ਦਾ ਮਾਲਕ ਬਣੇ। ਉਹ ਧੀਆਂ ਨੂੰ ਕੁਛ ਵੀ ਨਹੀਂ ਸਮਝਦੀ ਅਤੇ ਸਿਰਜਣਾ ਨਾਲ ਵੀ ਬਹੁਤ ਧੱਕੇਸ਼ਾਹੀ ਕਰਦੀ ਹੈ। ਉਹ ਉਸਨੂੰ ਆਪਣੇ ਬੱਚੇ ਦਾ ਟੈਸਟ ਕਰਵਾਉਣ ਲਈ ਕਹਿੰਦੀ ਹੈ, ਔਰ ਜੇਕਰ ਧੀ ਹੋਈ ਤਾਂ ਉਸ ਬੱਚੇ ਨੂੰ ਮਰਵਾਉਣ ਦਾ ਸੋਚਦੀ ਹੈ, ਜੋ ਕਿ ਸਿਰਜਣਾ ਬਿਲਕੁਲ ਬਰਦਾਸ਼ਤ ਨਹੀਂ ਕਰਦੀ। ਅੰਤ ਵਿੱਚ ਦੀਪ ਵੀ ਉਸ ਦਾ ਸਾਥ ਦਿੰਦਾ ਹੈ। ਜਦੋਂ ਉਹ ਡਟ ਕੇ ਖੜ ਜਾਂਦੀ ਹੈ ਕਿ ਨਹੀਂ, ਮੈਂ ਨਹੀਂ ਕਰਵਾਵਾਂਗੀ ਅਜਿਹਾ ਕੰਮ, ਤਾਂ ਫਿਰ ਸਭ ਖੁਸ਼ੀ ਉੱਥੋਂ ਚਲੇ ਜਾਂਦੇ ਨੇ ਤੇ ਦੋਨੇ ਜਣੇ ਚਲੇ ਜਾਂਦੇ ਨੇ। ਮਾਸੀ ਵੀ ਖੁਸ਼ ਹੁੰਦੀ ਹੈ ਤੇ ਡਾਕਟਰ ਨੂੰ ਵੀ ਬਹੁਤ ਅੱਛਾ ਫੀਲ ਹੁੰਦਾ ਹੈ। ਹੁਣ ਇਸ ਦੇ ਅਸੀਂ ਔਖੇ ਸ਼ਬਦਾਂ ਦੇ ਅਰਥ ਕਰਦੇ ਹਾਂ। ਕਲੀਨਿਕ, ਦਵਾਖਾਨਾ, ਸੈਲਰ, ਜੀਰੀ, ਚੌਲਾਂ ਦੇ ਵਿੱਚੋਂ ਚਾਵਲ ਤੇ ਫੱਕ ਨੂੰ ਅਲੱਗ-ਅਲੱਗ ਕਰਨ ਵਾਲੀ ਮਸ਼ੀਨ, ਲੈਬ, ਲੈਬੋਰਟਰੀ, ਰਸਾਇਣਸ਼ਾਲਾ, ਪ੍ਰਯੋਗਸ਼ਾਲਾ, ਸਕੈਨਿੰਗ, ਪ੍ਰੀਖਣ, ਬਾਰੀਕ ਜਾਂਚ, ਪ੍ਰਾਪਰਟੀ, ਜਾਇਦਾਦ, ਮਲਕੀਅਤ, ਸੰਪਤੀ, ਸੁਸਾਇਟੀ, ਸਮਾਨ, ਭਾਈਚਾਰਾ, ਬਰਾਦਰੀ, ਪ੍ਰੋਫੈਸ਼ਨ, ਕਿੱਤਾ, ਧੰਦਾ, ਰੁਜ਼ਗਾਰ, ਕੰਮਕਾਰ, ਪੇਸ਼ੈਂਟ, ਬਿਮਾਰ, ਰੋਗੀ, ਮਰੀਜ਼, ਟੈਨਸ਼ਨ, ਤਣਾਅ, ਖਿਚਾਅ, ਖਿੱਚੋ ਤਾਣ, ਕਲਚਰ, ਸੰਸਕ੍ਰਿਤੀ, ਸੱਭਿਆਚਾਰ, ਸੱਭਿਅਤਾ। ਤਾਂ ਹੁਣ ਅਸੀਂ ਇਸ ਦੇ ਪ੍ਰਸ਼ਨ ਉੱਤਰ ਕਰਦੇ ਹਾਂ। ਹੇਠ ਲਿਖੇ ਵਾਰਤਾਲਾਪ ਅੰਸ਼ਾਂ ਨੂੰ ਧਿਆਨ ਨਾਲ ਪੜ੍ਹ ਕੇ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ।
पहला है 40 पूरे 40 किले पैली है तो सैलर जान मार के बचाए हैं। शरीकां तो हुण तक इन्हां नूं संभालण वाला चाहिदा मैनूं। नाले अगे बैठी नहीं छाती ते एक दाज विच नहीं देने, तेरियां धीआं दे मैं समझी ना। ये शब्द किसने किसनूं कहे? तो ये शब्द बीजी ने सिरजना नूं कहे हन। इस वार्तालाप अनुसार सस किन्नी जायदाद दी मालक है? 40 किले अते एक सैलर दी। सस अपनी नूंह तो किस गल दी मंग करदी है? सस अपनी नूंह तो एक पोते दी मंग करदी है, एक वारस दी मंग करदी है। अगला देखो, ओह तूं इन्नी गल ਲਈ ਮੈਨੂੰ फ़ोन कर दिता, तैनूं पता है ऑफिस विच किन्नी जरूरी मीटिंग चल रही है। नाले जे बीजी कह रहे ने तां ठीक ही कह रहे होणगे, तूं कर ले जिवें वो कहिंदे ने, मैं बीजी हाँ इस वेले। तां ये गल देखदे हां इसदा प्रश्न कि ये शब्द किसने किसनूं कहे? तां ये शब्द कहे सी कुलदीप ने अपनी पत्नी सिरजना नूं। कुलदीप अपनी पत्नी सिरजना वालों आए फ़ोन ते नाराज़ क्यों है? क्योंकि वो काम दे विच उसनूं वेल नहीं है, वो काम दे विच फसिया होया है ते अते वो अपनी बीजी दे सामने बोल भी नहीं सकता। कुलदीप अपनी पत्नी नूं बीजी दी किहड़ी गल मन्नण लई आखदा है कि वो जो बीजी उसनूं टैस्ट करवाउण लई कहंदी है कि भावो लिंग टैस्ट करवा लवे। इकल्ली तां मैं सी बीजी, हुण तां मेरे नाल मैं आ, अपने कुख ते हत्थ रख के मेरी सिरजना। तुसीं देखना एक दिन ये सिरजना एक रुख बन के इस धरती ते पुंगरेगी, मौलेगी ते असमान तक उच्चा उठेगी, फिर कदे कोई सिरजना कुख विच कतल नहीं होएगी। तां ये शब्द किसने किसनूं कहे? तां ये शब्द कहे सी सिरजना ने अपनी बीजी नूं। इस वार्तालाप विच सिरजना ने सिरजना शब्द किस लई वरतिया है? तां इस वार्तालाप विच सिरजना ने सिरजना शब्द अपनी धी दी उत्पत्ति करन लई वरतिया है, अपनी होण वाली धी लई वरतिया है। इस वार्तालाप विच सिरजना समाज नूं की सुनेहा दिंदी है? सिरजना समाज नूं सुनेहा दिंदी है कि जेकर माँ ही ना चाहे तो कोई भी उसकी बच्ची नूं उस तो खो नहीं सकता, कोई भी उसकी बच्ची नूं उसकी कुख विच ही कतल नहीं करवा सकता। फिर अगे हेठ लिखे पात्रां दी पात्र उसारी करो। भाव इस दे विच जिन्ने भी पात्र आए हैं, बीजी, सिरजना, कुलदीप, डॉक्टर, मासी, उन्हां दी असीं पात्र उसारी करनी है। भाव उन्हां बारे असीं दसना है कि वो पात्र किहो जे ने हन। तां इस विच असीं बीजी दी करांगे, सिरजना, कुलदीप, डॉक्टर, इसदी मासी दी भी असीं पात्र उसारी करांगे, जो कि मैं लिख के तुहाडे नाल शेयर कर दांगी, क्योंकि नहीं तो वीडियो बहुत वड्डी हो जानी है। इसनूं एकांगी नूं चंगी तरह पढ़ना है, इसके पात्रां नूं समझना है, फिर ही तुहानूं प्रश्न समझ आउणगे। मैं लिख के तुहानूं ये शेयर कर दांगी, पर तुसीं बिना पढ़े पहले प्रश्न उत्तर नहीं करने। जदों तुसीं पढ़दे हो तां तुहानूं सारे पात्रां दा रोल समझ आ जांदे ने, तां ही तुहानूं क्वेश्चन जल्दी याद होणगे। धन्नवाद।